ਨਮਸਕਾਰ ਪਿਆਰੇ ਬੱਚਿਓ, 8ਵੀਂ ਕਲਾਸ ਦੀ ਸਮਾਜਿਕ ਵਿਗਿਆਨ ਦੀ ਕਲਾਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅਮੇਸ਼ਵਰ ਨਾਰਾਇਣ, ਤੁਹਾਡਾ ਟੀਚਰ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਮਾਜਿਕ ਵਿਗਿਆਨ ਦੀ ਸਾਡੀ ਜੋ ਪੁਸਤਕ ਹੈ ਉਸ ਨੂੰ ਤੁਸੀਂ ਅਗਰ ਧਿਆਨ ਨਾਲ ਦੇਖਿਆ ਹੋਵੇ ਤਾਂ ਇਸ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇਸ ਦਾ ਪਹਿਲਾ ਭਾਗ ਜੋ ਹੈ ਉਹ ਹੈ ਭੂਗੋਲ। ਇਸ ਭੂਗੋਲ ਦੇ ਅੰਤਰਗਤ 8ਵੀਂ ਜਮਾਤ ਦੇ ਵਿੱਚ ਅਸੀਂ ਸਾਧਨ ਅਤੇ ਇਹਨਾਂ ਦੇ ਵਿਕਾਸ ਦੇ ਬਾਰੇ ਪੜ੍ਹਦੇ ਹਾਂ, ਜੋ ਕਿ ਇਹ ਪਹਿਲੀ ਤਸਵੀਰ ਦੇ ਵਿੱਚ ਸਾਨੂੰ ਦਿਖਾਇਆ ਗਿਆ ਹੈ। ਦੂਸਰਾ ਇਹਦਾ ਭਾਗ ਹੈ ਇਤਿਹਾਸ, ਔਰ ਇਤਿਹਾਸ ਦੇ ਵਿੱਚ ਅਸੀਂ ਮਨੁੱਖ ਦੇ ਅਤੀਤ ਦੇ ਬਾਰੇ ਪੜ੍ਹਦੇ ਹਾਂ, ਔਰ ਇਹ ਭਾਗ ਦੂਸਰਾ ਹੈ ਜੋ ਕਿ ਤਸਵੀਰ ਨੰਬਰ 2 ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਵਿਚਕਾਰ। ਔਰ ਇਸ ਪੁਸਤਕ ਦੇ ਤੀਸਰੇ ਭਾਗ ਦਾ ਨਾਮ ਹੈ ਨਾਗਰਿਕ ਸ਼ਾਸਤਰ, ਔਰ ਇਸ ਨਾਗਰਿਕ ਸ਼ਾਸਤਰ ਦੇ ਵਿੱਚ ਅਸੀਂ ਸਮਾਜਿਕ ਤੇ ਰਾਜਨੀਤਿਕ ਜੀਵਨ ਬਾਰੇ ਪੜ੍ਹਦੇ ਹਾਂ। ਤਾਂ ਪਿਆਰੇ ਬੱਚਿਓ, ਇਸ ਤੀਸਰੇ ਭਾਗ ਦੇ ਵਿੱਚ ਅਸੀਂ ਇੱਕ ਲੈਸਨ ਪਹਿਲਾਂ ਪੜ੍ਹ ਚੁੱਕੇ ਹਾਂ ਅਤੇ ਅੱਜ ਅਸੀਂ ਭਾਗ ਤੀਸਰੇ ਦਾ ਦੂਸਰਾ ਪਾਠ ਜੋ ਹੈ ਉਸ ਦੇ ਬਾਰੇ ਆਪਾਂ ਸ਼ੁਰੂਆਤ ਕਰੀਏ। ਜਮਾਤ 8ਵੀਂ ਪਾਠ 25 ਔਰ ਪਾਠ ਦਾ ਨਾਮ ਹੈ ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ। ਪਿਆਰੇ ਬੱਚਿਓ, ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 24 ਜੋ ਸੀ ਉਹ ਨਾਗਰਿਕ ਸ਼ਾਸਤਰ ਦੇ ਭਾਗ ਵਿੱਚੋਂ ਪਾਠ ਨੰਬਰ 1 ਹੈ, ਲੇਕਿਨ ਇਸ ਸਾਡੀ ਸਮਾਜਿਕ ਵਿਗਿਆਨ ਦੀ ਪੁਸਤਕ ਦੀ ਲਗਾਤਾਰਤਾ ਦੇ ਵਿੱਚ ਉਹ ਪਾਠ ਨੰਬਰ 24 ਹੈ, ਲੇਕਿਨ ਨਾਗਰਿਕ ਸ਼ਾਸਤਰ ਦੇ ਵਿੱਚ ਉਹ ਪਹਿਲਾ ਨੰਬਰ ਉਹਦਾ ਆਉਂਦਾ ਹੈ ਪਾਠ ਨੰਬਰ 24 ਦਾ। ਤੋ ਪਾਠ ਨੰਬਰ 25 ਇਹ ਦੂਸਰਾ ਪਾਠ ਹੈ ਇਸ ਨਾਗਰਿਕ ਸ਼ਾਸਤਰ ਦਾ, ਔਰ ਸਮੁੱਚੀ ਕਿਤਾਬ ਦੇ ਵਿੱਚ ਇੱਕ ਪਾਠ ਨੰਬਰ 25 ਹੈ। ਪਿਆਰੇ ਬੱਚਿਓ, ਜਦੋਂ ਅਸੀਂ ਇਸ ਲੈਸਨ ਦਾ ਨਾਮ ਦੇਖ ਰਹੇ ਹਾਂ ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ, ਜਦੋਂ ਅਸੀਂ ਇਸ ਪਾਠ ਦਾ ਨਾਮ ਪੜ੍ਹੀਏ ਤਾਂ ਸਾਨੂੰ ਸਾਫ਼ ਹੀ ਪਤਾ ਚੱਲ ਜਾਂਦਾ ਹੈ ਕਿ ਇਸ ਪਾਠ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾ ਹੈ ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਦੂਸਰਾ ਹਿੱਸਾ ਇਹਦਾ ਹੈ ਆਦਰਸ਼ ਲਈ ਕਾਨੂੰਨ। ਤੋ ਸਭ ਤੋਂ ਪਹਿਲਾਂ ਅਸੀਂ ਧਰਮ ਨਿਰਪੱਖਤਾ ਦੀ ਮਹੱਤਤਾ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਭਾਰਤ ਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਜਿਵੇਂ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੌਧ ਅਤੇ ਜੈਨ। ਲੇਕਿਨ ਸਾਡੇ ਦੇਸ਼ ਦੇ ਵਿੱਚ ਇਹ ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਸਾਡਾ ਦੇਸ਼ ਕਿਸੇ ਵੀ ਇੱਕ ਧਰਮ ਨੂੰ ਮਾਨਤਾ ਜਿਹੜੀ ਹੈ ਨਹੀਂ ਦਿੰਦਾ, ਬਲਕਿ ਸਾਰੇ ਧਰਮਾਂ ਦੇ ਲੋਕ ਮਿਲ ਕੇ ਸਾਡੇ ਇਸ ਦੇਸ਼ ਦੇ ਵਿੱਚ ਨਿਵਾਸ ਕਰਦੇ ਹਨ ਅਤੇ ਰਹਿੰਦੇ ਹਨ। ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਦਿੱਤੇ ਗਏ ਹਨ, ਔਰ ਉਹਨਾਂ ਮੌਲਿਕ ਸਿਧਾਂਤਾਂ ਦੇ ਆਧਾਰ ਤੇ ਕੁਝ ਤੱਥ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ। ਤਾਂ ਉਹਨਾਂ ਵਿੱਚੋਂ ਅਸੀਂ ਅੱਗੇ ਜਾ ਕੇ ਸਟੱਡੀ ਕਰਾਂਗੇ, ਅਧਿਐਨ ਕਰਾਂਗੇ ਕਿ ਇਹਨਾਂ ਦੀ ਕੀ ਮਹੱਤਤਾ ਹੈ। ਪਿਆਰੇ ਵਿਦਿਆਰਥੀਓ, ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅੰਕਿਤ ਕੀਤੇ ਗਏ ਹਨ। ਇਹਨਾਂ ਵਿੱਚੋਂ ਧਰਮ ਨਿਰਪੱਖਤਾ ਦਾ ਇੱਕ ਮੁੱਖ ਸਿਧਾਂਤ ਹੈ। ਧਰਮ ਨਿਰਪੱਖਤਾ ਸ਼ਬਦ ਅਤੇ ਧਰਮ ਨਿਰਪੱਖ ਰਾਜ ਦਾ ਮਤਲਬ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਧਰਮ ਨਿਰਪੱਖਤਾ ਦਾ ਅਰਥ ਹੈ ਕਿਸੇ ਵੀ ਧਰਮ ਦਾ ਪੱਖ ਨਾ ਲੈਣਾ, ਭਾਵ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ। ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਰਮ ਨਿਰਪੱਖ ਰਾਜ ਉਹ ਰਾਜ ਹੁੰਦਾ ਹੈ ਜਿਸ ਵਿੱਚ ਸਾਰੇ ਧਰਮ ਬਰਾਬਰ ਹੋਣ, ਅਰਥਾਤ ਰਾਜ ਧਾਰਮਿਕ ਮਾਮਲਿਆਂ ਵਿੱਚ ਬਿਲਕੁਲ ਨਿਰਪੱਖ ਹੋਵੇ। ਧਰਮ ਨਿਰਪੱਖ ਰਾਜ ਵਿੱਚ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ, ਔਰ ਹਰ ਧਰਮ ਨੂੰ ਮੰਨਣ ਵਾਲੇ ਨੂੰ
ਆਪਣੇ ਧਰਮ ਵਿੱਚ ਸੁਤੰਤਰ ਹੁੰਦੇ ਹਨ। ਪਿਆਰੇ ਬੱਚਿਓ, ਵਿਸ਼ਵ ਦੇ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਵਿੱਚ ਕਿਸੇ ਨਾ ਕਿਸੇ ਇੱਕ ਧਰਮ ਨੂੰ ਮਾਨਤਾ ਦਿੱਤੀ ਗਈ ਹੁੰਦੀ ਹੈ। ਜਿਵੇਂ ਅਸੀਂ ਆਪਣੇ ਪੜੋਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਮੁਸਲਿਮ ਧਰਮ ਨੂੰ ਮਾਨਤਾ ਦਿੱਤੀ ਗਈ ਹੈ। ਨੇਪਾਲ ਦੇ ਵਿੱਚ ਹਿੰਦੂ ਧਰਮ ਨੂੰ ਮਾਨਤਾ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ ਹੋਰ ਪੱਛਮੀ ਦੇਸ਼ ਵੀ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਈਸਾਈ ਧਰਮ ਨੂੰ ਮਾਨਤਾ ਪ੍ਰਾਪਤ ਹੈ। ਪਰ ਧਰਮ ਨਿਰਪੱਖ ਰਾਜ ਇੱਕ ਅਜਿਹਾ ਰਾਜ ਹੁੰਦਾ ਹੈ ਜਿਸ ਦੇ ਵਿੱਚ ਕਿਸੇ ਵੀ ਇੱਕ ਧਰਮ ਨੂੰ ਮਾਨਤਾ ਨਹੀਂ ਹੁੰਦੀ, ਬਲਕਿ ਉਸ ਦੇਸ਼ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਔਰ ਕਿਸੇ ਵੀ ਇੱਕ ਧਰਮ ਦਾ ਪੱਖ ਜਿਹੜਾ ਹੈ ਉਹ ਨਹੀਂ ਦਿੱਤਾ ਜਾਂਦਾ। ਤੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਹਨ ਔਰ ਸਾਡੇ ਦੇਸ਼ ਦੇ ਵਿੱਚ ਵੀ ਕਿਸੇ ਇੱਕ ਧਰਮ ਦਾ ਪੱਖ ਨਹੀਂ ਲਿਆ ਜਾਂਦਾ। ਇਸ ਕਰਕੇ ਸਾਡਾ ਦੇਸ਼ ਭਾਰਤ ਜੋ ਹੈ ਇਹ ਵੀ ਇੱਕ ਧਰਮ ਨਿਰਪੱਖ ਰਾਜ ਹੈ, ਕਿਉਂਕਿ ਸਾਡੇ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ਔਰ ਹਰ ਧਰਮ ਨੂੰ ਮੰਨਣ ਵਾਲੇ ਨੂੰ ਆਪਣੇ ਧਰਮ ਦੇ ਵਿੱਚ ਜਿਹੜੀ ਹੈ ਪੂਰੀ ਤਰ੍ਹਾਂ ਆਜ਼ਾਦੀ ਹੈ। ਧਰਮ ਨਿਰਪੱਖ ਸਮਾਜ ਜਾਂ ਦੇਸ਼ ਦੇ ਵਿੱਚ ਸਾਰੇ ਵਿਅਕਤੀਆਂ ਦੇ ਕੋਲ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੁੰਦਾ। ਸਾਰੇ ਵਿਅਕਤੀਆਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ, ਧਰਮ ਦਾ ਪ੍ਰਚਾਰ ਆਦਿ ਕਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਕਿਸੇ ਵੀ ਧਰਮ ਦੇ ਆਧਾਰ 'ਤੇ ਕਿਸੇ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਔਰ ਇਸ ਸਿਧਾਂਤ ਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸ਼ਾਮਿਲ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਸਾਡਾ ਦੇਸ਼ ਜਿਹੜਾ ਹੈ ਉਹ ਸਦੀਆਂ ਦੀ ਗੁਲਾਮੀ ਝੇਲਦਾ ਰਿਹਾ ਹੈ। ਇਸ ਸਦੀਆਂ ਦੀ ਗੁਲਾਮੀ ਦਾ ਮੁੱਖ ਕਾਰਨ ਧਾਰਮਿਕ ਕੱਟੜਤਾ ਹੀ ਰਹੀ ਹੈ। ਸਦੀਆਂ ਤੋਂ ਅਸੀਂ ਦੇਖਦੇ ਹਾਂ ਕਿ ਸਾਰੇ ਧਰਮਾਂ ਨੂੰ ਅਕਸਰ ਬਰਾਬਰ ਨਹੀਂ ਸੀ ਸਮਝਿਆ ਜਾਂਦਾ। ਕਦੇ ਸਾਡਾ ਦੇਸ਼ ਨਸਲਵਾਦ ਦਾ ਸ਼ਿਕਾਰ ਹੁੰਦਾ ਰਿਹਾ ਸੀ, ਕਦੇ ਈਸਾਈ ਧਰਮ ਇੱਥੇ ਵੱਡਾ ਧਰਮ ਸਮਝਿਆ ਜਾਂਦਾ ਸੀ ਜਦੋਂ ਕਿ ਇੱਥੇ ਅੰਗਰੇਜ਼ਾਂ ਦੀ ਹਕੂਮਤ ਸੀ, ਅਤੇ ਕਦੇ ਮੁਸਲਿਮ ਧਰਮ ਦੀ ਇੱਥੇ ਪ੍ਰਮੁੱਖਤਾ ਸੀ ਜਦੋਂ ਕਿ ਅੰਗਰੇਜ਼ਾਂ ਤੋਂ ਪਹਿਲਾਂ ਇੱਥੇ ਮੁਗਲਾਂ ਦਾ ਅਤੇ ਕਾਫੀ ਸਮੇਂ ਤੱਕ ਮੁਸਲਿਮ ਸ਼ਾਸਨ ਰਿਹਾ ਸੀ। ਤੋ ਇੱਥੋਂ ਤੱਕ ਕਿ 1947 ਦੇ ਵਿੱਚ ਵੀ ਧਰਮ ਦੇ ਆਧਾਰ 'ਤੇ ਹੀ ਭਾਰਤ ਦੇ 2 ਟੁਕੜੇ ਕਰ ਦਿੱਤੇ ਗਏ ਸਨ। ਧਰਮ ਦੇ ਨਾਂ 'ਤੇ ਝਗੜੇ ਅਤੇ ਦੰਗੇ ਫਸਾਦ ਵੀ ਬਹੁਤ ਜ਼ਿਆਦਾ ਹੁੰਦੇ ਰਹੇ। ਸੋ ਇਹ ਜ਼ਰੂਰੀ ਸੀ ਕਿ ਸੰਵਿਧਾਨ ਦੇ ਵਿੱਚ ਇੱਕ ਮੌਲਿਕ ਸਿਧਾਂਤ ਧਰਮ ਨਿਰਪੱਖਤਾ ਦਾ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾਵੇ, ਅਰਥਾਤ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੇ ਸਿਧਾਂਤ 'ਤੇ ਆਧਾਰਿਤ ਹੋਵੇ। ਤੋ ਪਿਆਰੇ ਬੱਚਿਓ, ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਜੋ ਇੱਕ ਮੌਲਿਕ ਸਿਧਾਂਤ ਧਰਮ ਨਿਰਪੱਖਤਾ ਦਾ ਹੈ, ਇਸ ਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸੰਵਿਧਾਨ ਨਿਰਮਾਤਾਵਾਂ ਨੇ ਸ਼ਾਮਿਲ ਕੀਤਾ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਜੋ ਹਨ ਉਹ ਰਲ ਮਿਲ ਕੇ ਰਹਿਣ। ਇਸ ਕਰਕੇ ਇਹਦਾ ਉਦੇਸ਼ ਇਹੀ ਸੀ ਕਿ ਸ਼ਾਂਤੀ ਤੇ ਵਿਵਸਥਾ ਕਾਇਮ ਰਹੇ ਔਰ ਸਾਰੇ ਧਰਮਾਂ ਦੇ ਲੋਕ ਜਿਹੜੇ ਹਨ ਉਹ ਆਪਣੇ ਆਪਣੇ ਧਰਮ ਨੂੰ ਮੰਨਣ ਅਤੇ ਉਹਦਾ ਪ੍ਰਚਾਰ ਕਰਨ ਦੇ ਲਈ ਸੁਤੰਤਰ ਹਨ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਪਹਿਲਾਂ ਧਰਮ ਨਿਰਪੱਖਤਾ ਦੇ ਸਿਧਾਂਤ ਬਾਰੇ ਗੱਲ ਕੀਤੀ ਹੈ ਔਰ ਨਾਲ ਇਹ ਵੀ ਤੁਹਾਡੇ ਸਾਹਮਣੇ ਗੱਲ ਕੀਤੀ ਕਿ ਸੰਵਿਧਾਨ ਦੇ ਜੋ ਨਿਰਮਾਤਾ ਹਨ ਉਹਨਾਂ ਨੇ ਸੰਵਿਧਾਨ ਬਣਨ ਤੋਂ ਪਹਿਲਾਂ ਹੀ ਬਹੁਤ ਸਾਰੇ ਦੂਸਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ ਔਰ ਜੋ ਵੀ ਚੰਗੇ ਚੰਗੇ ਮੌਲਿਕ ਸਿਧਾਂਤ ਸਨ ਉਹਨਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਹੈ। ਤੋ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਿਆ ਕਿ ਧਰਮ ਨਿਰਪੱਖਤਾ ਦਾ ਜਿਹੜਾ ਮੌਲਿਕ ਸਿਧਾਂਤ ਹੈ ਉਸ ਨੂੰ ਸਾਡੇ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਔਰ ਅਸੀਂ ਇਹ ਵੀ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਕਿਉਂ ਜਿਹੜਾ ਹੈ ਸ਼ਾਮਿਲ ਕੀਤਾ ਗਿਆ ਹੈ। ਤੋ ਅਸੀਂ ਅੱਗੇ ਹੁਣ ਚੱਲਦੇ ਹਾਂ। ਕੁਝ ਹੋਰ ਮੌਲਿਕ ਸਿਧਾਂਤ ਜਿਹੜੇ ਨੇ
ਉਹਨਾਂ ਨੂੰ ਆਪਾਂ ਦੇਖੀਏ ਕਿ ਹੋਰ ਕਿਹੜੇ-ਕਿਹੜੇ ਦੇਸ਼ ਨੇ ਜਿਨ੍ਹਾਂ ਦੇ ਆਪਣੇ ਕੁਝ ਮੌਲਿਕ ਸਿਧਾਂਤਾਂ ਨੂੰ ਉਹਨਾਂ ਨੇ ਸ਼ਾਮਿਲ ਕੀਤਾ ਔਰ ਉਹਨਾਂ ਦੀਆਂ ਜਿਹੜੀਆਂ ਸ਼ਾਸਨ ਪੱਧਤੀਆਂ ਨੇ ਉਹ ਕਿਹੜੇ-ਕਿਹੜੇ ਢੰਗ ਦੀਆਂ ਜਿਹੜੀਆਂ ਨੇ ਵਰਕ ਕਰਦੀਆਂ ਨੇ ਉਹਨਾਂ ਦੇਸ਼ਾਂ ਦੇ ਵਿੱਚ। ਤੋ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਉੱਪਰ ਲਿਖਿਆ ਆ ਰਿਹਾ ਹੈ ਸਾਡੇ ਕੋਲ, ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਤੋ ਸੰਵਿਧਾਨ ਲਿਖਣ ਤੋਂ ਪਹਿਲਾਂ ਬਹੁਤ ਸਾਰੇ ਸਿਧਾਂਤ ਜਿਹੜੇ ਨੇ ਉਹ ਨਿਸ਼ਚਿਤ ਕੀਤੇ ਗਏ। ਤੋ ਬੱਚਿਓ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਤੋ ਸਾਹਮਣੇ ਕੁਝ ਤਸਵੀਰਾਂ ਦਿੱਤੀਆਂ ਗਈਆਂ ਨੇ ਡਾਕਟਰ BR ਅੰਬੇਦਕਰ ਔਰ ਸੰਵਿਧਾਨ ਦੀ ਜਦੋਂ ਪ੍ਰਕਿਰਿਆ ਚੱਲ ਰਹੀ ਸੀ ਉਹਨਾਂ ਸਮਿਆਂ ਦੀਆਂ ਇਹ ਕੁਝ ਤਸਵੀਰਾਂ ਨੇ। ਤੋ ਅਸੀਂ ਮੌਲਿਕ ਸਿਧਾਂਤਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਸੰਵਿਧਾਨ ਦੇ ਵਿੱਚ ਹਨ ਔਰ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਹਰ ਦੇਸ਼ ਦੇ ਸੰਵਿਧਾਨ ਦੇ ਵਿੱਚ ਕੁਝ ਮੌਲਿਕ ਸਿਧਾਂਤ ਹੁੰਦੇ ਨੇ ਔਰ ਇਹਨਾਂ ਵਿੱਚੋਂ ਅਸੀਂ ਗੱਲ ਕਰੀਏ ਅਗਰ ਆਪਣੇ ਪੜੋਸੀ ਮੁਲਕ ਚੀਨ ਦੀ, ਤਾਂ ਉਹਨਾਂ ਦਾ ਜਿਹੜਾ ਸੰਵਿਧਾਨ ਹੈ ਉਹ ਸਾਮਵਾਦੀ ਵਿਚਾਰਧਾਰਾ ਜਿਹੜੀ ਹੈ ਉਹਦੇ ਉੱਤੇ ਆਧਾਰਿਤ ਹੈ ਬੱਚਿਓ। ਜਦ ਕਿ ਸੰਯੁਕਤ ਰਾਜ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਉਹ ਹੈ ਉਦਾਰਵਾਦੀ ਪੂੰਜੀਵਾਦੀ ਵਿਚਾਰਧਾਰਾ। तो अमरीका का संविधान जो है वो उदारवादी पूंजीवादी विचारधारा से आधारित है। तो असी नीचे बच्चों इस कैप्शन दे विच दो तस्वीरां देख रहे हाँ। जिहड़ी खब्बे हत्थ तस्वीर है ये चीन के झंडे की है और सज्जे पासे वाले जो झंडा है ये अमरीका का झंडा है, जबकि बिल्कुल सज्जे पासे नूं बहुत वड्डा जिहड़ा है वो साडे देश का अपना प्यारा तिरंगा सानू दिखाई दे रहा है। तो ये तिन्ना देशों के विच असी देखिए कि साडे देश दे विच तो सानू पता है कि लोकतंत्र का सिद्धांत अपनाया गया है, लेकिन इन्हां दोनों देशों की जिहड़ी आपां तुलना करते हैं संयुक्त राज अमरीका दे और सामवादी चीन दे देशों के विच किहड़े-किहड़े मौलिक सिद्धांत जिहड़े अपनाए गए ने। तो इन्हां बारे आपां कुछ चर्चा करते हैं। इन्हां दीयां शासन पद्धतियां जिहड़ियां ने वो बिल्कुल जिहड़ियां ने अलग-अलग ने। तो प्यारे विद्यार्थियों, इस समय चीन की सरकार जिहड़ी है वो सामवादी विचारधारा के अधीन कार्यशील है। हुण तुसीं ये कहोगे कि सामवाद की है? प्यारे बच्चों, सामवाद एक अजिही प्रणाली जां व्यवस्था है जिस दे विच समाजिक समानता की गल कीती जाती है। इस दे विच एक जां कुछ व्यक्तियों की बजाय सारे समाज दीयां लोड़ां नूं पहल देण दा काम कीता जांदा है। हुण ये किहड़ा समाज हुंदा है बच्चों? एक अजिहा समाज हुंदा है जिस दे विच कहा जांदा है कि जिन्ने भी कुदरती साधन हन जां देश दे अंदर जिन्ने भी साधन हन वो सारे साधनां दे उत्ते जिहड़ा है ਉਹਦੀ ਮਲਕੀਅਤ, यानी कि देश दे विच जिन्ने भी स्रोत ते उत्पादनां दे जिहड़े साधन ने उन्हां दे उपर जिहड़ी मालिकाना हक अते उन्हां नूं वितरण दा जिहड़ा अधिकार है वो सिर्फ सरकार दे हत्थ विच हुंदा है। सरकार ही उन्हां नूं जिहड़ा है उत्पादन कर सकदी है, उहदा वितरण कर सकदी है। तो किसी भी एक आदमी जां किसी एक कंपनी दे हत्थ विच किसी तरह का कोई अधिकार नहीं हुंदा। एक किस तरह का मौलिक सिद्धांत है? ये है बच्चों सामवादी विचारधारा का सिद्धांत जिहड़ा कि चीन दे विच अपनाया गया है। तो आपां ये कह सकते हैं कि चीन दे विच जो भी साधना की उत्पत्ति है ਜਾਂ स्रोत ਹਨ ਜਾਂ उत्पादन है ਜਾਂ ਉੱਥੋਂ ਦਾ वितरण है वो सारा A to Z ਜਿਹੜਾ है वो सारा सरकार ਦੇ ਹੱਥ ਵਿੱਚ ਹੁੰਦਾ है और किसी भी व्यक्तिगत संस्था ਜਾਂ किसी कंपनी ਦੇ ਹੱਥ ਵਿੱਚ नहीं ਹੁੰਦਾ। तो अगे चलिए ਆਪਾਂ दूसरे पासे ਆਪਾਂ अमरीका की गल करिए तो प्यारे विद्यार्थियों अमरीका ਦੇ ਵਿੱਚ इस समय संघात्मक शासन प्रणाली है। हुण उन्होंने जिहड़ा एक सिद्धांत अपनाया है वो संघात्मक शासन प्रणाली का अपनाया है। उस दे आधारित जिहड़ी सरकार शासन अमरीका की चला रही है। हुण तुसीं ये सोचोगे बच्चों कि संघात्मक शासन प्रणाली की हुंदी है। हुण तुसीं ये ध्यान रखना है कि जदों सरकार दीयां शक्तियां केंद्र सरकार अते राज सरकारां दे विच वंडियां जांदियां ने तो उसनूं संघात्मक प्रणाली किया जाता है।
ਜਿਸ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹਨੂੰ ਅਸੀਂ ਕੇਂਦਰ ਸਰਕਾਰ ਵੀ ਇੱਕ ਹੈ ਜਿਹਨੂੰ ਅਸੀਂ ਜੋ ਕਿ ਸਾਰੇ ਦੇਸ਼ ਨੂੰ ਚਲਾਉਂਦੀ ਹੈ। ਦੂਸਰੇ ਪਾਸੇ ਆਪਾਂ ਦੇਖਦੇ ਹਾਂ ਕਿ ਕੁਝ ਰਾਜਾਂ ਦੀਆਂ ਸਰਕਾਰਾਂ ਨੇ। ਹੁਣ ਸਾਡੇ ਦੇਸ਼ ਦੇ ਵਿੱਚ 28 ਰਾਜ ਨੇ, ਤਾਂ ਇਹਦਾ ਮਤਲਬ 28 ਸਰਕਾਰਾਂ ਨੇ। ਲੇਕਿਨ ਇੱਕ ਅਜਿਹੀ ਵੀ ਸਰਕਾਰ ਹੈ ਜਿਹਨੂੰ ਅਸੀਂ ਕੇਂਦਰ ਸਰਕਾਰ ਕਹਿੰਦੇ ਹਾਂ, ਔਰ ਉਹ ਜਿਹੜੀ ਕੇਂਦਰੀ ਸਰਕਾਰ ਹੈ ਉਹ ਸਾਰੇ ਦੇਸ਼ ਨੂੰ ਚਲਾਉਂਦੀ ਹੈ। ਤੋ ਬੱਚਿਓ, ਇਹੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਕੇਂਦਰੀ ਸਰਕਾਰ ਤੇ ਦੂਸਰਾ ਰਾਜ ਸਰਕਾਰ। ਤੋ ਕਹਿ ਰਿਹਾ ਹੈ ਕਿ ਜਦੋਂ ਸ਼ਕਤੀਆਂ ਦੀ ਵੰਡ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿੱਚ ਕੀਤੀ ਹੋਵੇ ਤੋ ਉਸ ਪ੍ਰਣਾਲੀ ਨੂੰ ਸੰਘਾਤਮਕ ਪ੍ਰਣਾਲੀ ਕਿਹਾ ਜਾਂਦਾ ਹੈ। ਤੋ ਨੀਚੇ ਜੋ ਬੱਚਿਓ ਝੰਡਾ ਦਿੱਤਾ ਗਿਆ ਹੈ, ਇਹ ਅਸੀਂ ਹੁਣੇ ਹੀ ਦੇਖਿਆ ਹੈ ਪਿਛਲੇ ਸ਼ੀਟ ਦੇ ਵਿੱਚ, ਇਹ ਅਮਰੀਕਾ ਦਾ ਝੰਡਾ ਹੈ। ਔਰ ਇਹ ਜੋ ਸਾਹਮਣੇ ਉੱਥੋਂ ਦੇ ਸਾਨੂੰ ਰਾਸ਼ਟਰਪਤੀ ਦਿਖਾਈ ਦੇ ਰਹੇ ਹਨ। ਤੋ ਅੱਗੇ ਚੱਲੀਏ ਆਪਾਂ। ਹੁਣ ਬੱਚਿਓ, ਅਸੀਂ ਦੋ ਦੇਸ਼ਾਂ ਦੇ ਜਿਹੜੇ ਉਹਨਾਂ ਨੇ ਸਿਧਾਂਤ ਅਪਣਾਏ ਨੇ ਜਾਂ ਕਿਹੜੀਆਂ ਸ਼ਾਸਨ ਪ੍ਰਣਾਲੀਆਂ ਉਹਨਾਂ ਦੇਸ਼ਾਂ ਦੇ ਵਿੱਚ ਚੱਲ ਰਹੀਆਂ ਨੇ, ਚੀਨ ਔਰ ਅਮਰੀਕਾ ਦੇ ਵਿੱਚ, ਉਹਨਾਂ ਦੀ ਆਪਾਂ ਗੱਲ ਕੀਤੀ ਆ। ਹੁਣ ਅਸੀਂ ਭਾਰਤ ਦੇ ਬਾਰੇ ਗੱਲ ਕਰੀਏ। ਹੁਣ ਬੱਚਿਓ, ਸਾਡੇ ਦੇਸ਼ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਉੱਤੇ ਆਧਾਰਿਤ ਨਹੀਂ ਹੈ। ਪਰ ਫਿਰ ਵੀ ਸਾਡੇ ਸੰਵਿਧਾਨ ਦੇ ਨਿਰਮਾਤਾ ਜੋ ਹਨ, ਜਿਨ੍ਹਾਂ ਨੇ ਸੰਵਿਧਾਨ ਦੀ ਸੰਰਚਨਾ ਕੀਤੀ ਹੈ, ਇਹਨੂੰ ਤਿਆਰ ਕੀਤਾ ਹੈ, ਉਹਨਾਂ ਨੇ ਬਹੁਤ ਸਾਰੇ ਮੌਲਿਕ ਸਿਧਾਂਤਾਂ ਨੂੰ ਵਿਚਾਰਿਆ ਹੈ ਔਰ ਜਿੰਨੇ ਵੀ ਚੰਗੇ ਮੌਲਿਕ ਸਿਧਾਂਤ ਉਹਨਾਂ ਨੂੰ ਲੱਗੇ, ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤੋ ਇਹ ਅਸੀਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਜਿਹੜੀ ਹੈ ਕਰ ਚੁੱਕੇ ਹਾਂ। ਤੋ ਇਹਦੇ ਵਿੱਚੋਂ ਹੀ ਇੱਕ ਮੌਲਿਕ ਸਿਧਾਂਤ ਧਰਮ ਨਿਰਪੱਖਤਾ ਦਾ ਹੈ, ਜਿਹੜੀ ਕਿ ਆਪਾਂ ਸ਼ੁਰੂਆਤ ਦੇ ਵਿੱਚ ਹੀ ਬੱਚਿਓ ਗੱਲ ਕੀਤੀ ਹੈ, ਧਰਮ ਨਿਰਪੱਖਤਾ। ਔਰ ਇਹ ਧਰਮ ਨਿਰਪੱਖਤਾ ਦੀ ਜਿਹੜੀ ਸਭ ਤੋਂ ਵੱਡੀ ਉਦਾਹਰਣ ਹੈ ਉਹ ਇਹ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਜੋ ਹਨ ਉਹ ਵੱਖ-ਵੱਖ ਧਰਮਾਂ ਦੇ ਰਹੇ ਹਨ। ਔਰ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਤੇ ਬਾਕੀ ਅਹੁਦਿਆਂ 'ਤੇ ਵੀ ਕਈ ਧਰਮਾਂ ਦੇ ਲੋਕ ਜਿਹੜੇ ਨੇ ਉਹ ਕੰਮ ਕਰਦੇ ਰਹੇ ਨੇ। ਸਾਡੇ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਡਾਕਟਰ ਮਨਮੋਹਨ ਸਿੰਘ ਜੀ ਜੋ ਸਿੱਖ ਧਰਮ ਦੇ ਸਨ, ਔਰ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਧਰਮ ਦੇ ਹਨ, ਔਰ ਜਦ ਕਿ ਡਾਕਟਰ ਅਬੁਲ ਕਲਾਮ ਜੋ ਸਾਡੇ ਰਾਸ਼ਟਰਪਤੀ ਰਹਿ ਚੁੱਕੇ ਹਨ ਉਹ ਇਸਲਾਮ ਧਰਮ ਦੇ ਨਾਲ ਸੰਬੰਧਿਤ ਰੱਖਦੇ ਸਨ। ਤੋ ਇਸ ਤਰ੍ਹਾਂ ਇਹ ਤਾਂ ਸਿਰਫ ਇੱਕ ਉਦਾਹਰਣ ਹੈ। ਤੋ ਬੱਚਿਓ, ਬਹੁਤ ਸਾਰੀਆਂ ਉਦਾਹਰਨਾਂ ਹਨ ਕਿ ਸਾਡੇ ਦੇਸ਼ ਦੇ ਵਿੱਚ ਧਰਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ। ਇੱਥੇ ਸਿਰਫ ਕਾਬਲੀਅਤ ਦੇਖੀ ਜਾਂਦੀ ਹੈ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਯਾਨੀ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ। ਤੋ ਇਹ ਹੈ ਇੱਕ ਧਰਮ ਨਿਰਪੱਖਤਾ ਦਾ ਸਿਧਾਂਤ ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਅਪਣਾਇਆ ਗਿਆ ਹੈ। ਤੋ ਬੱਚਿਓ, ਹੁਣ ਅਸੀਂ ਸੰਵਿਧਾਨ ਦੇ ਆਦਰਸ਼ਾਂ ਦਾ ਕਾਨੂੰਨ ਦੇ ਰੂਪ ਵਿੱਚ ਪਰਿਵਰਤਨ ਜਿਹੜਾ ਹੈ ਉਸ ਦੇ ਬਾਰੇ ਗੱਲ ਕਰਾਂਗੇ। ਤੋ ਪਹਿਲਾਂ ਅਸੀਂ ਜੋ ਗੱਲ ਕੀਤੀ ਸੀ ਹੁਣ ਤੱਕ ਉਹ ਸੀ ਧਰਮ ਨਿਰਪੱਖਤਾ ਦਾ ਸਿਧਾਂਤ। ਤੋ ਪਿਆਰੇ ਬੱਚਿਓ, ਮੈਨੂੰ ਆਸ ਹੈ ਕਿ ਤੁਹਾਨੂੰ ਸਾਰਿਆਂ ਨੂੰ ਧਰਮ ਨਿਰਪੱਖਤਾ ਦਾ ਸਿਧਾਂਤ ਜੋ ਹੈ ਇਸ ਦੇ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੋ ਹੁਣ ਅਸੀਂ ਸੰਵਿਧਾਨ ਦੇ ਜਿਹੜੇ ਆਦਰਸ਼ ਹਨ, ਜਿਹੜਾ ਕਿ ਇਸ ਲੈਸਨ ਦਾ ਦੂਸਰਾ ਹਿੱਸਾ ਹੈ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਸੀਂ ਲੈਸਨ ਸ਼ੁਰੂ ਕੀਤਾ ਉਸ ਸਮੇਂ ਹੀ ਮੈਂ ਇਹ ਗੱਲ ਕੀਤੀ ਸੀ ਕਿ ਸਾਡੇ ਲੈਸਨ ਦਾ ਨਾਮ ਕੀ ਹੈ। ਸਾਡੇ ਲੈਸਨ ਦਾ ਬੱਚਿਓ ਨਾਮ ਹੈ ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ਾਂ ਲਈ ਕਾਨੂੰਨ। ਤੋ ਇਸ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਵੰਡਿਆ ਜਾ ਸਕਦਾ ਹੈ। ਪਹਿਲਾ ਹਿੱਸਾ ਕਿਹੜਾ ਸੀ? ਧਰਮ ਨਿਰਪੱਖਤਾ ਦੀ ਮਹੱਤਤਾ। ਤੋ ਹੁਣ ਤੱਕ ਜਿਹੜਾ ਲੈਸਨ ਆਪਾਂ ਕੀਤਾ ਹੈ ਅਧਿਐਨ, ਉਹ ਬੱਚਿਓ ਸੀਗਾ ਧਰਮ ਨਿਰਪੱਖਤਾ ਦੀ ਮਹੱਤਤਾ। ਤੁਹਾਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੋਵੇਗਾ ਕਿ ਧਰਮ ਨਿਰਪੱਖਤਾ ਦਾ ਕੀ ਮਹੱਤਵ ਹੈ ਸਾਡੇ ਦੇਸ਼ ਦੇ ਵਿੱਚ। ਔਰ ਆਓ ਹੁਣ ਇਸ ਦਾ ਦੂਸਰਾ ਪੱਖ ਜਿਹੜਾ ਹੈ, ਦੂਸਰਾ ਹਿੱਸਾ, ਉਹਦੇ ਬਾਰੇ ਗੱਲ ਕਰੀਏ। ਦੂਸਰਾ ਹਿੱਸਾ ਹੈ ਲੈਸਨ ਦਾ ਆਦਰਸ਼ਾਂ ਲਈ ਕਾਨੂੰਨ। ਤੋ ਇਹਦੇ ਬਾਰੇ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ।
ਸੰਵਿਧਾਨ ਦੇ ਵਿੱਚ ਜਿਹੜੇ ਆਦਰਸ਼ ਹਨ ਉਹਨਾਂ ਦਾ ਕਾਨੂੰਨ ਦੇ ਰੂਪ ਵਿੱਚ परिवर्तन ਜਾਂ रूपांतरण है। प्यारे बच्चों, ਅਸੀਂ ਹੁਣ ਸਮਝਾਂਗੇ ਕਿ ਸੰਵਿਧਾਨ ਦੇ ਆਦਰਸ਼ਾਂ ਦਾ ਕਾਨੂੰਨ ਦੇ ਰੂਪ ਵਿੱਚ ਪਰਿਵਰਤਨ ਕਿਵੇਂ ਸਾਰਥਕ ਹੋਇਆ ਹੈ। ਭਾਰਤੀ ਸੰਵਿਧਾਨ ਦੇ ਮੁੱਢ ਵਿੱਚ ਸ਼ੁਰੂਆਤ ਵਿੱਚ ਹੀ ਸੰਵਿਧਾਨ ਦੀ ਪ੍ਰਸਤਾਵਨਾ ਅੰਕਿਤ ਕੀਤੀ ਗਈ ਹੈ। ਉਹ ਬੱਚਿਓ ਸਾਹਮਣੇ ਜੋ ਸਾਨੂੰ ਤਸਵੀਰ ਨਜ਼ਰ ਆ ਰਹੀ ਹੈ ਇਹ ਵਾਲੀ, ਇਹ ਕਨਸਟੀਟਿਊਸ਼ਨ ਆਫ ਇੰਡੀਆ ਉੱਪਰ ਲਿਖਿਆ ਹੈ। ਇਹ ਸੰਵਿਧਾਨ ਦੀ ਪ੍ਰਸਤਾਵਨਾ ਹੈ। ਤੋ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਇਹ ਕੀ ਹੁੰਦੀ ਹੈ, ਇਹਦੇ ਬਾਰੇ ਆਪਾਂ ਹੁਣ ਚਰਚਾ ਕਰਦੇ ਹਾਂ। ਇਹ ਜੋ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂਆਤ ਜਿਹੜੀ ਪਹਿਲਾਂ ਹੁੰਦੀ ਹੈ ਉਹ ਪ੍ਰਸਤਾਵਨਾ ਤੋਂ ਹੀ ਕੀਤੀ ਜਾਂਦੀ ਹੈ। ਪ੍ਰਸਤਾਵਨਾ ਅਸਲ ਵਿੱਚ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਉਸ ਦੇ ਮੌਲਿਕ ਸਿਧਾਂਤਾਂ, ਉਸ ਦੇ ਆਦਰਸ਼ਾਂ ਆਦਿ ਦਾ ਵਰਣਨ ਕੀਤਾ ਜਾਂਦਾ ਹੈ। ਯਾਨੀ ਕਿ ਉਹਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਸੰਵਿਧਾਨ ਦਾ ਉਦੇਸ਼ ਕੀ ਹੈ, ਇਹਦੇ ਵਿੱਚ ਕਿਹੜੇ-ਕਿਹੜੇ ਮੌਲਿਕ ਸਿਧਾਂਤ ਅਤੇ ਆਦਰਸ਼ਾਂ ਨੂੰ ਅਪਣਾਇਆ ਗਿਆ ਹੈ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪ੍ਰਸਤਾਵਨਾ ਅਗਰ ਪੜ੍ਹ ਲਈਏ ਤਾਂ ਸਾਨੂੰ ਸਾਰੇ ਸੰਵਿਧਾਨ ਦੇ ਅੰਦਰ ਜੋ ਆਦਰਸ਼ ਹਨ ਜਾਂ ਮੌਲਿਕ ਸਿਧਾਂਤ ਹਨ ਜਾਂ ਇਹਦੇ ਉਦੇਸ਼ ਹਨ ਸੰਵਿਧਾਨ ਦੇ, ਤਾਂ ਉਹਦੇ ਬਾਰੇ ਸਾਨੂੰ ਪਤਾ ਲੱਗ ਜਾਂਦਾ ਹੈ। ਤੋ ਜਿਸ ਦੇਸ਼ ਵਾਸਤੇ ਉਹ ਸੰਵਿਧਾਨ ਬਣਿਆ ਹੈ, ਅਰਥਾਤ ਜਿਸ ਦੇਸ਼ ਦਾ ਉਹ ਸੰਵਿਧਾਨ ਹੈ, ਉਸ ਦੇਸ਼ ਦੇ ਵਿੱਚ ਕਿਹੜੇ-ਕਿਹੜੇ ਮੌਲਿਕ ਸਿਧਾਂਤ ਜਾਂ ਆਦਰਸ਼ ਅਪਣਾਏ ਗਏ ਹਨ, ਉਸ ਚੀਜ਼ ਦਾ ਪਤਾ ਲੱਗ ਜਾਂਦਾ ਹੈ। ਤੋ ਇਸ ਤਰ੍ਹਾਂ ਅਸੀਂ ਬੱਚਿਓ ਪ੍ਰਸਤਾਵਨਾ ਜੋ ਹੈ, ਪ੍ਰਸਤਾਵਨਾ ਨੂੰ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪ੍ਰਸਤਾਵਨਾ ਦੇ ਵਿੱਚ ਉਹਨਾਂ ਸੰਵਿਧਾਨ ਨਿਰਮਾਤਾਵਾਂ ਨੇ ਜਿਨ੍ਹਾਂ ਨੇ ਕਿ ਇਸ ਸੰਵਿਧਾਨ ਦੀ ਰਚਨਾ ਕੀਤੀ ਹੈ, ਇਸ ਦਾ ਨਿਰਮਾਣ ਕੀਤਾ ਹੈ, ਉਹਨਾਂ ਦੀ ਸੋਚ ਕੀ ਸੀ ਕਿ ਆਉਣ ਵਾਲਾ ਭਾਰਤ ਜਿਹੜਾ ਹੈ ਉਹ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦੇ ਉਹਦੇ ਆਦਰਸ਼ ਹੋਣੇ ਚਾਹੀਦੇ ਹਨ। ਉਹਨਾਂ ਸਾਰੀਆਂ ਤੱਥਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹਦੇ ਵਿੱਚ ਸ਼ਾਮਿਲ ਕੀਤਾ ਹੈ ਸੰਵਿਧਾਨ ਦੇ ਵਿੱਚ। ਔਰ ਸੰਵਿਧਾਨ ਦੇ ਵਿੱਚ ਜੋ ਕੁਝ ਵੀ ਹੈ, ਜਿਹੜੇ ਵੀ ਆਦਰਸ਼ ਹਨ ਜਾਂ ਇਹਦੇ ਕਿਹੜੇ ਉਦੇਸ਼ ਹਨ, ਉਹ ਸਾਰਿਆਂ ਦੀ ਜਿਹੜੀ ਝਲਕ ਹੈ ਸਾਨੂੰ ਉਹ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਮਿਲ ਜਾਂਦੀ ਹੈ। ਤੋ ਇਸੇ ਕਰਕੇ ਬੱਚਿਓ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਔਰ ਸੰਵਿਧਾਨ ਦੇ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਤੋ ਭਾਰਤੀ ਸੰਵਿਧਾਨ ਦੇ ਆਦਰਸ਼ ਸੰਪੂਰਨ ਪ੍ਰਭੂ ਸੱਤਾ ਸੰਪੰਨ, ਧਰਮ ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਜੋ ਹੈ, ਇਹ ਗਣਰਾਜ, ਇਹ ਸਾਰੇ ਭਾਰਤ ਦੇ ਸੰਵਿਧਾਨ ਦੇ ਵਿੱਚ ਆਦਰਸ਼ ਸਾਡੇ ਸ਼ਾਮਿਲ ਹਨ। ਸਾਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਸਾਰੇ ਜਿਹੜੇ ਆਦਰਸ਼ ਹਨ ਕਿਹੜੇ-ਕਿਹੜੇ ਹਨ। ਤੋ ਪਿਆਰੇ ਬੱਚਿਓ, ਆਸ ਹੈ ਕਿ ਤੁਹਾਨੂੰ ਇਹ ਪੂਰਾ ਜਿਹੜਾ ਚੈਪਟਰ ਹੁਣ ਤੱਕ ਪੜ੍ਹਿਆ ਹੈ ਇਹਦੇ ਬਾਰੇ ਕਾफ़ी ਜਾਣਕਾਰੀ ਹਾਸਲ ਹੋ ਗਈ ਹੋਵੇਗੀ। ਤੋ ਹੁਣ ਅਸੀਂ ਕੁਝ ਸਵਾਲ ਤੁਹਾਡੇ ਵਾਸਤੇ ਬਣਾਏ ਹਨ, ਜਿਸ ਦੇ ਨਾਲ ਸਾਨੂੰ ਜਿੰਨਾ ਕੁ ਅਸੀਂ ਪੜ੍ਹਿਆ ਹੈ ਉਸ ਦੀ ਦੁਹਰਾਈ ਹੋ ਜਾਵੇ। ਤਾਂ ਆਓ ਅਸੀਂ ਉਹਨਾਂ ਸਵਾਲਾਂ ਦੀ ਦੁਹਰਾਈ ਕਰੀਏ ਔਰ ਦੇਖੀਏ ਕਿ ਇਹ ਕਿਹੜੇ-ਕਿਹੜੇ ਸਵਾਲ ਹਨ। ਤੋ ਬੱਚਿਓ, ਸਭ ਤੋਂ ਪਹਿਲਾਂ ਸਾਡੇ ਕੋਲ ਕੁਝ ਖਾਲੀ ਸਥਾਨ ਹਨ। ਪਹਿਲਾ ਖਾਲੀ ਸਥਾਨ ਹੈ, ਚੀਨ ਦਾ ਸੰਵਿਧਾਨ ਡੈਸ਼ ਵਿਚਾਰਧਾਰਾ ਤੇ ਆਧਾਰਿਤ ਹੈ। ਤੋ ਪਿਆਰੇ ਬੱਚਿਓ, ਇਹਦਾ ਜਵਾਬ ਜਿਹੜਾ ਹੈ ਉਹ ਕੀ ਹੋਏਗਾ? ਅਸੀਂ ਇਹਦੇ ਬਾਰੇ ਚੀਨ ਦੇ ਸ਼ਾਸਨ ਬਾਰੇ ਅਸੀਂ ਪੜ੍ਹਿਆ ਹੈ। ਤੋ ਇਹਦਾ ਸਹੀ ਜਵਾਬ ਹੈ ਸਾਮਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ। ਚੀਨ ਦਾ ਸੰਵਿਧਾਨ ਸਾਮਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ। ਤੋ ਅਗਲਾ ਪ੍ਰਸ਼ਨ ਹੈ, ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਡੈਸ਼ ਵਿਚਾਰਧਾਰਾ ਤੇ ਆਧਾਰਿਤ ਹੈ। ਤੋ ਇਹਦਾ ਸਹੀ ਉੱਤਰ ਹੈ ਪੂੰਜੀਵਾਦੀ। ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਪੂੰਜੀਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ।
तो बच्चों अगला सवाल है साडे कोले, भारतीय संविधान डैश नूं लागू किया गया। तो इसका सही जवाब है 26 जनवरी 1950। भारतीय संविधान 26 जनवरी 1950 नूं लागू किया गया। अगला सवाल है साडे कोल, धर्म निरपक्ष राज वो हुंदा है जिस विच सारे धर्म डैश होण। तो बच्चों इसका सही जवाब की है? बराबर। धर्म निरपक्ष राज वो हुंदा है जिस विच सारे धर्म बराबर होण। तो आखिरी प्रश्न साडे कोल है, धर्म निरपक्ष देश विच किसी भी नागरिक नाल धर्म के आधार पर किसी प्रकार का कोई डैश नहीं किया जाता। तो इत्थे डैश विच की आएगा? वितकरा। धर्म निरपक्ष देश दे विच किसी भी नागरिक नाल धर्म के आधार पर किसी प्रकार का कोई वितकरा नहीं किया जाता। तो अगे चलीए, अगे आपां देखिए किहड़े किहड़े सवाल हैं। अगे हैं बच्चों साडे कोल सही ते गलत दसना है। हर देश के संविधान के कुछ मौलिक सिद्धांत होंदे हैं। तो इसका जवाब है सही। अगला सवाल है साडे कोल, जदों सरकार दीयां शक्तियां केंद्र सरकार अते राज सरकारां विच वंडियां होण तां ओह एकात्मक प्रणाली हुंदी है। तो इसका जवाब जो है वो है गलत, क्योंकि जदों सरकार दीयां शक्तियां केंद्र सरकार अते राज सरकारां विच वंडियां होण तां ओह एकात्मक प्रणाली नहीं हुंदी बच्चों, वो संघात्मक प्रणाली हुंदी है। अगला सवाल साडे कोल है, भारत का संविधान किसी विशेष विचारधारा के उत्ते आधारित नहीं है। तो बच्चों ये बिल्कुल सही है, क्योंकि साडा संविधान किसी भी एक विशेष विचारधारा के उत्ते आधारित नहीं है। साडे संविधान दे विच बहुत सारे मौलिक सिद्धांत अंकित किए गए हैं। अगला जो सवाल है बच्चों, साडे संविधान विच बहुत सारे मौलिक सिद्धांत अंकित किए गए हैं। तो इसका जवाब जो है बिल्कुल सही है। अखीरला सवाल है साडे कोल, धर्म निरपक्ष देश विच नागरिकां नाल धर्म के आधार पर वितकरा किया जाता है। तो इसका जवाब जिहड़ा है वो होएगा गलत, क्योंकि धर्म निरपक्ष देश दे विच नागरिकां नाल धर्म के आधार पर कोई भी वितकरा नहीं किया जाता। तो ये जवाब इसका गलत होएगा। तो बच्चों आखिरी दे विच साडे कोल हैं सही विकल्प चुनो। तो पहला प्रश्न है, जदों सरकार दीयां शक्तियां केंद्र अते राज सरकारां दे विच वंडियां होण तां ओह किहड़ी प्रणाली हुंदी है? केंद्र सरकार अते राज सरकारां दे विच जदों सरकार दीयां शक्तियां वंडियां होण तां ओह किहड़ी प्रणाली हुंदी है? तो इन्हां विचों असीं दसना है संघात्मक, सामवादी, तानाशाही या उपरोक्त विचों कोई नहीं। तो बच्चों इसका सही जवाब है संघात्मक, क्योंकि संघात्मक दे विच ही सरकार दी शक्तियां जिहड़ियां ने केंद्र और राज सरकारां विच वंडियां हुंदियां हैं। तो अगला प्रश्न साडे कोल है, चीन विच इस समय किहड़ी शासन प्रणाली ते आधारित सरकार शासन चला रही है? तो बच्चों इसका सही जवाब की है? देखो किहड़े विकल्प हैं, संघात्मक, सामवादी, तानाशाही या एकात्मक। तो इहदे विच साडे कोल सही जवाब जो है वह है सामवादी। चीन दे विच सामवादी शासन प्रणाली ते आधारित सरकार चल रही है। तो बच्चों अज दा जो असी सवाल जवाब कीते हैं इन्हां नूं तुसीं अपनियां कापियां दे विच नोट करना है, और अज दा जिन्ना को लैसन पढ़िया है उस पाठ नूं तुसीं फिर एक बारी दोहराना है, और जिन्ने भी उहदे विच प्रश्न आए हैं उन्हां नूं कापियां दे विच लिखना है, दोहराना है, और अपने अध्यापक साहिबान तो उसनूं चैक भी कराउणा है। तो तुसीं साडे नाल इन्ना समा जुड़े तो तुहाडा बहुत बहुत धन्नवाद।